7th क्लास के सारे स्टूडेंट्स ਨੂੰ ਸਤਿ ਸ਼੍ਰੀ ਅਕਾਲ। ਅਸੀਂ ਅਸਾਈਨਮੈਂਟ ਕਰ ਰਹੇ ਹਾਂ 63 ਔਰ ਇਹ ਸਾਡੀ ਅਸਾਈਨਮੈਂਟ ਸਿਲੇਬਸ ਦੇ ਅਕੋਰਡਿੰਗ ਅਸੀਂ ਕਰ ਰਹੇ ਹਾਂ ਭਿੰਨਾਂ ਦੀ ਮਲਟੀਪਲੀਕੇਸ਼ਨ, ਫ੍ਰੈਕਸ਼ਨਸ ਦੀ ਮਲਟੀਪਲੀਕੇਸ਼ਨ। ਤੇ ਫ੍ਰੈਕਸ਼ਨ ਤੁਹਾਨੂੰ ਪਤਾ ਹੀ ਹੈ, ਉਸ ਤਰ੍ਹਾਂ ਦੇ ਹਾਲ ਦੀ ਘੜੀ ਜਿੰਨੇ ਵੀ ਨੰਬਰ ਨੇ 5 6 7 ਪੋਜ਼ਿਟਿਵ ਵਾਲੇ ਉਹ ਸਾਰੀਆਂ ਫ੍ਰੈਕਸ਼ਨ ਹੀ ਹੁੰਦੀਆਂ ਵਾ, ਭਿੰਨਾਂ ਹੀ ਨੇ। ਜਿਹੜੇ ਸਾਨੂੰ ਪੇਪਰਾਂ 'ਚ ਨੰਬਰ ਮਿਲਦੇ ਆ 7 ਨੰਬਰ ਹੈ 10 ਸਭ ਭਿੰਨਾਂ ਨੇ, ਫ੍ਰੈਕਸ਼ਨ ਨੇ। ਅੱਜ ਆਪਾਂ ਕਰ ਰਹੇ ਜੀ ਮਲਟੀਪਲੀਕੇਸ਼ਨ ਫ੍ਰੈਕਸ਼ਨ ਦੀ, ਉਹਦੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਸੀ। ਪਹਿਲਾ ਸਵਾਲ 7 ਮਲਟੀਪਲਾਈ ਬਾਈ 3/5। ਉਸ ਤਰ੍ਹਾਂ ਅਸਲ ਦੇ ਵਿੱਚ ਜਿਹੜੀ ਚੀਜ਼ ਉੱਪਰ ਵਾਲੀ ਹੁੰਦੀ ਆ ਇਹ ਚੀਜ਼ ਨੂੰ ਵਧਾਉਂਦੀ ਆ ਤੇ ਜਿਹੜੀ ਥੱਲੇ ਹੁੰਦੀ ਉਹ ਵੰਡਦੀ ਆ। ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਸਾਡੇ ਕੋਲ ਲਿਖਿਆ ਵਾ, ਇਹਨੂੰ ਸਵਾਲ ਨੂੰ ਬਾਅਦ ਚ ਕਰਦੇ ਹਾਂ। ਲਿਖਿਆ ਜੀ 6 ਨੂੰ 2/3 ਨਾਲ ਮਲਟੀਪਲਾਈ ਕਰੋ। ਹੁਣ ਇਹਦਾ ਮਤਲਬ ਅਸਲ ਚ ਇਹ ਆ ਵੀ 6 ਚੀਜ਼ਾਂ ਨੂੰ ਦੁਗਣੀਆਂ ਕਰੋ। 6 ਨੂੰ ਦੁਗਣੀਆਂ ਕੀਤੀਆਂ ਤੇ ਕਿੰਨੀਆਂ ਹੋ ਗਈਆਂ? 12 ਹੋ ਗਈਆਂ। ਦੋਨਾਂ ਨੂੰ ਦੁਗਣੀਆਂ ਤੋੜੀ ਜਮਾ ਕਰੋ ਤੇ ਥੱਲੇ ਕੀ ਆ? 3 ਵੰਡਦਾ ਵਾ। ਉਹ ਜੇ 12 ਚੀਜ਼ਾਂ ਨੂੰ ਤਿੰਨਾਂ ਚ ਵੰਡਿਆ ਤਾਂ ਕਿੰਨੀਆਂ ਆ ਗਈਆਂ ਜੀ? 4 ਆ ਗਈ। ਮਤਲਬ ਕੋਈ ਸਵਾਲ ਨਹੀਂ ਗਾ, ਇਹ ਸਾਡੀ ਆਮ ਕੰਮ ਆ, ਸਾਡੇ ਕੰਮ ਜ਼ਿੰਦਗੀ ਚ ਆਉਂਦਾ ਵਾ। ਪਰ ਆਪਾਂ ਇਹਨੂੰ ਸੋਲਵ ਕਿੱਦਾਂ ਕਰਦੇ ਆ? ਅਸੀਂ ਸੋਲਵ ਇੱਦਾਂ ਕਰਦੇ ਆ ਵੀ ਜਦੋਂ ਵੀ ਫ੍ਰੈਕਸ਼ਨਾਂ ਨੂੰ ਮਲਟੀਪਲਾਈ ਕਰਨਾ ਵਾ, ਇਹ ਥੱਲੇ 1 ਲਾ ਲਓ, ਸਾਰੇ ਨਿਊਮੀਰੇਟਰ ਤੇ ਡਿਨੋਮੀਨੇਟਰ ਬਰਾਬਰ ਕਰ ਲਿਆ। ਕਟਿੰਗ ਜਿਹੜੀ ਹੁੰਦੀ ਕਟਿੰਗ ਕਰ ਲਓ। ਆਪ 1 ਤੀਆਂ ਤੇ 3 ਦੂਣੀ 6 ਕਟਿੰਗ ਹੋ ਗਈ। ਉੱਤੇ ਕੀ ਬਚੇ ਜੀ? 2 ਦੂਣੀ 4 ਤੇ ਥੱਲੇ ਕੀ ਬਚੇ ਜੀ? 1। ਇੱਕ ਦਾ ਨਹੀਂ ਮਤਲਬ ਹੁੰਦਾ ਕਿਸੇ ਨੰਬਰ ਨੂੰ 1 ਭਾਗ ਕਰੇ ਕੋਈ ਫਰਕ ਨਹੀਂ ਪਾਉਂਦਾ। ਤੇ ਜਵਾਬ ਕਿੰਨਾ ਆ ਗਿਆ ਜੀ? 4। ਕਹਿਣ ਦਾ ਮਤਲਬ ਇਹ ਆ ਵੀ ਜਦੋਂ ਵੀ ਤੁਸੀਂ ਭਿੰਨਾਂ ਨੂੰ ਗੁਣਾ ਕਰਨਾ ਤਾਂ ਕੀ ਹੈ ਜੀ? ਇਹਨੂੰ ਇਹਦੇ ਨਾਲ ਗੁਣਾ ਕਰਦੇ ਸੱਤੂ ਦੇ ਆ 21 ਤੇ ਆਹ ਥੱਲੇ 5 ਹੀ ਆ। ਭਾਵੇਂ ਥੱਲੇ 1 ਲਾ ਲਓ, 1 5 5 ਆ, ਭਾਵੇਂ ਨਾ ਲਾਓ। ਔਰ ਜਦੋਂ ਵੀ ਉੱਪਰ ਵਾਲਾ ਵੱਡਾ ਥੱਲੇ ਵਾਲਾ ਨਿੱਕਾ ਹੋਵੇ ਇਹਨੂੰ ਅਸੀਂ ਬੋਲਦੇ ਹਾਂ ਇੰਪ੍ਰੋਪਰ ਫ੍ਰੈਕਸ਼ਨ, ਅਣਉਚਿਤ ਭਿੰਨ। ਇਹਦੀ ਆਪਾਂ ਮਿਕਸਡ ਫ੍ਰੈਕਸ਼ਨ ਲਿਖ ਸਕਦੇ ਹਾਂ ਵੀ ਮਤਲਬ 21 ਚੀਜ਼ਾਂ ਨੇ, 21 ਟੌਫੀਆਂ ਨੇ, 5 ਬੱਚਿਆਂ ਨੂੰ ਵੰਡਣੀਆਂ। ਲਓ ਜੀ 21 ਟੌਫੀਆਂ ਸੀ, 5 ਬੱਚੇ ਨੂੰ ਵੰਡਣੀਆਂ। 5 ਚੌਕੇ 20, ਇੱਕ ਬੱਚੇ ਨੂੰ ਕਿੰਨੀਆਂ ਆਈਆਂ? 4 ਤੇ ਹੁੰਦੀਆਂ ਜੀ ਇੱਕ ਬੱਚੇ ਨੂੰ, ਤੇ 20 ਤੇ ਗਈਆਂ ਵੰਡੀਆਂ ਪਰ ਇੱਕ ਬਚ ਗਈ ਜੇ। ਇਹ ਇੱਦਾਂ ਵੀ ਇੱਕ ਅਜੇ 5 ਚ ਵੰਡਣੀ ਹੈ ਜੀ, ਇੱਕ ਝਗੜਾ ਬੜਾ ਪਾਉਂਦੀ ਨੂੰ ਇੱਦਾਂ ਹੀ ਰਹਿਣ ਦਿਓ। ਤਾਂ ਆਪਾਂ ਕਿਸੇ ਵੀ ਇੰਪ੍ਰੋਪਰ ਫ੍ਰੈਕਸ਼ਨ ਨੂੰ ਮਿਕਸਡ ਫ੍ਰੈਕਸ਼ਨ ਇੱਦਾਂ ਲਿਖਦੇ ਹਾਂ। ਅਗਲਾ ਸਵਾਲ, ਜਿਹੜੇ ਸਵਾਲ ਸਿੰਪਲ ਨੇ ਤੁਸੀਂ ਅੱਗੇ ਵੀ ਕੀਤੇ ਆ, ਉਹ ਸਵਾਲ ਹੈ ਜੀ ਦੂਸਰਾ 20 ਗੁਣਾ 4/5। ਹੁਣ ਥੋੜੀ ਜਿਹੀ ਸਪੀਡ ਕਰੀਏ। ਸਿੰਪਲ 1 5 5 5 ਚੌਕੇ 20 ਤੇ 4 ਚੌਕੇ ਨਾ ਕਰੀ 16। ਤੀਸਰਾ ਸਵਾਲ, ਕਿਉਂਕਿ ਆਪਾਂ ਤੇ ਕਿਸੇ ਗੱਲ ਦਾ ਲੌਜਿਕ ਸਮਝ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਤਰੀਕਾ ਲੱਭਣਾ ਹੁੰਦਾ ਤੇ ਉਸ ਤਰੀਕੇ ਆਪਾਂ ਇਹ ਸਵਾਲ ਕੰਪਲੀਟ ਕਰਨੇ ਹੁੰਦੇ ਆ। ਅਗਲਾ ਸਵਾਲ ਹੈ ਵੀ 3 5/6 ਦਾ 5/6। ਦਾ ਮਤਲਬ ਮੈਂ ਤੁਹਾਨੂੰ ਕੱਲ ਦੱਸਿਆ ਵੀ ਗੁਣਾ ਕਰਨਾ। ਕਿਉਂ? ਮੈਂ ਕਹਿੰਦਾ ਵਾ ਵੀ ਤੁਸੀਂ ਨਾ 10 ਦਾ 1/2 ਕੱਢੋ। ਮਤਲਬ ਪਤਾ ਕੀ ਇਹਦਾ? ਵੀ 10 ਦਾ ਅੱਧਾ ਕਰੋ। ਉਹਦਾ 10 ਦਾ ਅੱਧਾ ਕਰਨਾ ਵਾ, ਅਸਲ 'ਚ ਕਰਨਾ ਕੀ ਆ? ਅਸਲ 'ਚ ਆਂਦੇ ਵੀ 10 1 10 10 ਨੂੰ ਇੱਕ ਵਾਰ ਲੈਣਾ ਵਾ, ਪਰ ਤਾਂ ਹਿੱਸੇ ਕਿੰਨੇ ਕਰਨੇ? 2। 1 ਦੂਣੀ 2 ਨਹੀਂ ਤਾਂ 5 ਦੂਣੀ 10 ਤੇ 10 ਦਾ ਅੱਧਾ ਕਿੰਨਾ ਹੋ ਗਿਆ ਜੀ? 5। ਇਹਦਾ ਜਿਹੜਾ ਦਾ ਮਤਲਬ ਕੀ ਮਤਲਬ ਹੈ? ਮਲਟੀਪਲਾਈ ਕਰਨਾ। ਅਗਲੀ ਗੱਲ ਇਹ ਵੀ ਜਦੋਂ ਵੀ ਇਹਨੂੰ ਸਵਾਲ ਸੋਲਵ ਕਰਨਾ ਪਹਿਲਾਂ ਭਿੰਨਾਂ ਭੰਨ ਲਓ। 6 ਦੀਆਂ 18 18 ਤੇ 5 23 23/6 ਤੇ ਗੁਣਾ 5/6। ਇਹਦੀ ਕੋਈ ਕਟਿੰਗ ਨਹੀਂ ਹੋ ਰਹੀ। ਥੱਲੇ ਆ ਗਈ 36 ਤੇ ਉੱਤੇ ਕਿੰਨਾ? 5 ਦੀਆਂ 15 5 ਦੂਣੀ 10 ਤੇ 1 10। ਇਹਦੀ ਤੁਸੀਂ ਅੱਗੇ ਜਿਹੜੀ ਆ ਰੂਪ ਜਿਹੜਾ ਤੁਸੀਂ ਲਿਖੋਗੇ ਭਾਗ ਕਰਕੇ ਇਸ ਤਰੀਕੇ ਨਾਲ 115 ਨੂੰ
भाग करांगे आप 36 ਦੇ ਨਾਲ। और एक दो सवाल करते हैं डीएस। अगला सवाल है जी, चौथा सवाल है 3 गुणा 5 सही 1/5। ਹੁਣ ਇਹਦੇ ਵਿੱਚ ਵੀ ਸਭ ਨੂੰ ਸਹੀ ਕਰ ਲਓ, 3 ਥੱਲੇ 1 ਲਾ ਲਓ। ਆ ਕਿਵੇਂ 5 5 25 ਤੇ 1 26/5। ਆ ਇੱਕੋ ਚੀਜ਼ ਆ, ਲਿਖਣ ਦਾ ਤਰੀਕਾ ਵੱਖਰਾ ਵਾ। ਇੱਥੇ ਵੀ 26 ਚੀਜ਼ਾਂ 5 ਜਣਿਆਂ 'ਚ ਵੰਡਣੀਆਂ, ਚੀਜ਼ਾਂ ਇਕੱਠੀਆਂ ਪਈਆਂ, ਇੱਥੇ ਵੰਡ ਲਈਆਂ ਵਾ। ਇੱਥੇ ਕਹਤਾ ਜੀ 5 ਚੀਜ਼ਾਂ ਆ ਗਈਆਂ ਤੇ 1 ਜਿਹੜੀ ਇਹਦੀ ਆ, ਤੇ ਲਓ ਜੀ ਇਹਨੂੰ ਗੁਣਾ ਕਰੀਏ ਜੀ, ਸਿੰਪਲ। ਹੁਣ ਕਟਿੰਗ ਕੋਈ ਹੋ ਨਹੀਂ ਰਹੀ ਉੱਤੇ ਥੱਲੇ, ਤੇ 6 ਤੀਆਂ 18 ਤੇ 3 ਦੂਣੀ 6 ਤੇ 1 78/5। ਤੇ ਜੇਕਰ ਇਹਦੀ ਅਸੀਂ ਮਿਸ਼ਰਤ ਰੂਪ ਲਿਖਣਾ, ਮਿਕਸਡ ਫ੍ਰੈਕਸ਼ਨ, ਤੇ 78 ਨੂੰ ਡਿਵਾਈਡ ਕਰ ਲਈਏ ਜੀ 5 ਦੇ ਨਾਲ, 5 1 ਜਾਂ 5 ਤੇ 5 5 25, ਕੀ ਬਚਿਆ ਥੱਲੇ 3 ਜੀ। ਇਹਦਾ ਆਨਸਰ ਕਿੰਨਾ ਹੈ ਜੀ? ਪੂਰਾ ਆਨਸਰ ਆ ਗਿਆ ਜੀ 15 ਹੋਲ ਨੰਬਰ, ਤੇ 3/5 ਬਾਕੀ ਬਚ ਗਿਆ। और अगे तो गल करिए जी, बड़ी बढ़िया गल आई है। तुम गल दसो मैनू, एक लिखा 2/7, एक साढ़े को लिखे जी 8/7। इन्होंने में दसना वड्डा किहड़ा। कभी भी असल च आपां इन्हां नंबरां नूं वेख के वड्डा छोटा नहीं दस सकते। असीं वेखना वा भी इत्थे 2 साडे कोल 2 सेब ने ते 7 जने खाण वाले, सिर्फ 2 सेब ते खाण वाले 7। इत्थे 8 सेब ने ते खाण वाले किन्ने आ? 7। ज़्यादा सेब कित्थे आएगा? इत्थे। इस करके नंबर वड्डा। ठीक है जी। हाँ, जेकर इहो गल उलट हुंदी की हुंदी, 7/2 हुंदा ते 7/8 हुंदा। हुण देखो, हुण सेब इत्थे 7 ने ते खाण वाले 2 जने, 7 सेब ते खाण वाले 2। इत्थे 7 से पर खाण वाले 8 हो गए आ। सेब 7 ते खाण वाले 8, सेबां नूं बंदे वध गए। हुण ते 1 सेब नहीं होना कहीं नूं। इत्थे की है जी, इत्थे सेब ज़्यादा होना, इत्थे आ नंबर वड्डा हो गया, इत्थे नंबर आ वड्डा हो गया। गल समझ नहीं आऊ तुहानूं, इत्थे आ वड्डा है। कोई मैं रट्टे रुट्टे उड़ा के तुहानूं तरीके दसदा उल्ट पुलट जे, ਉਹਦੇ ਨਾਲ नहीं जी गल बननी। है ने तरीके शॉर्टकट कर दस्सण दे, पर मज़ा इस गल का वा भी तुहानूं कोई गल समझ आ गई ते उस गल च मज़ा बचदा। उदां नहीं, उदां एक तरीका दस भी देना तुहानूं मैं भी कदों भी। अच्छा, ये तुहानूं गल्लां समझ आ गईयां। पहली गल कि लिखिया जी 5/3 ते 5/4। 3 सवाल मैं लिखदा जी। ते इत्थे साडे कोल जी 3/5 ते 7/5। ते एक मैं सवाल और लिखता जी 3/4 ते 2/5। लो जी, इन्हां तिन्हां चों वारी आपां नूं देखना वड्डा किहड़ा। पहली गल करिए, 5 सेब है ते खाण वाले 3 जने। इत्थे सेब 5 है ते खाण वाले 4, कितना वध गया? इत्थे सेब घट होना, इत्थे चीज़ वध होनी, तुहानूं आ वड्डा हो गया। ये भी गल समझ आ गई। इत्थे क्या जी, सेब 3 है ते खाण वाले 5 है। इत्थे सेब 7 हो गए ते खाण वाले 19 चढ़ी रहे। जिथे सेबां की गिनती वध गई आ, बंदे उन्ने ही रहे आ। इट मीन जा इत्थे सेब वधदा होगा, वड्डा। पर जदों साडे कोल 3/4 ते 2/5 आ, इत्थे हुण किते गिनती कोई बराबर ही है नहीं गी, ते आपां की करांगे? 2 तरीके ने साडे कोल। जां ते इन्हां दे हर बराबर कर लईए, मतलब इत्थे भी 5 चों के 20 बना ली, इत्थे 20 बना लीए। एक तरीका ते है, की तरीका जी, इनूं भी 5 नाल गुणा कर लईए उत्ते थल्ले, ते बन गए जी 15/20। इनूं भी 5 नाल उत्ते थल्ले 4 नाल कर लईए, ते बन गया जी 5 चों के 20। तो हुण सानूं साफ पता लगन दिया, आ 15/20 आ 8/20, मतलब आ चीज़ वड्डी है। एक तो तरीका है हर बराबर करना। 2/5 ते 8/20 इक्को चीज़ां ने, इन्हूं कहंदे इक्विवेलेंट फ्रैक्शनस, समान भिन्नां। एक तरीका हो गया।
ਉਹ ਤਰੀਕਾ ਕੀ ਹੈ, ਇੱਕ ਪਾਸੇ 3/4 ਹੀ, ਇੱਕ ਪਾਸੇ ਕੀ ਸੀ ਜੀ 2/5। ਕੀ ਕਰਨਾ, ਇਹਨੂੰ ਇਹਦੇ ਨਾਲ ਗੁਣਾ ਕਰਨਾ, 3 5 15 ਇੱਥੇ ਥੱਲੇ ਲਿਖਣਾ, ਇਹਨੂੰ ਇਹਦੇ ਨਾਲ ਗੁਣਾ ਕਰਨਾ, 2 ਚੌਕੇ 8 ਇੱਧਰ ਲਿਖਣਾ, ਇਹਨਾਂ ਦੋਵਾਂ ਚ ਵੱਡਾ ਕੌਣ ਹੈ 15। ਇਟ ਮੀਨਸ ਆਹ ਚੀਜ਼ ਵੱਡੀ ਹੈ। ਇੱਕ ਸਾਡੇ ਕੋਲ ਮੈਥਡ ਹੈ। ਥੈਂਕਸ, ਸਤਿ ਸ਼੍ਰੀ ਅਕਾਲ।